ਹਾੜੀ ਸੋਣੀ ਵੇਚੀ ਤੇ ਕਰਜ਼ ਲੈ ਗਿਆ ਵੀ ਕੋਠੀ ਦਾਣੇ ਪਾਏ ਨੇ। ਤਿੱਲੇਦਾਰ ਜੁੱਤੀਆਂ ਸੁਨਹਿਰੀ ਰੰਗੀਆਂ ਉਹ ਮਾਗੀ ਤੋਂ ਲਿਆਏ ਨੇ। ਉਦੋਂ ਸਾਰੇ ਦੇਸ਼ ਦਾ ਭੰਡਾਰ ਭਰਦੇ ਉਦੋਂ ਸਾਰੇ ਦੇਸ਼ ਦਾ ਭੰਡਾਰ ਭਰਦੇ ਜਦ ਵਾਹੁੰਦੇ ਨੇ ਜ਼ਮੀਨ। ਮੇਲਿਆਂ ਨੂੰ ਚਾਰ ਚੰਨ ਲਾਈ ਜਾਂਦੇ ਨੇ ਸੋਹਣੇ ਗੱਭਰੂ ਸ਼ਕੀਨ। ਮੇਲਿਆਂ ਨੂੰ ਚਾਰ ਚੰਨ ਲਾਈ ਜਾਂਦੇ ਨੇ ਸੋਹਣੇ ਗੱਭਰੂ ਸ਼ਕੀਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ V24। ਮੈਂ ਦਵਿੰਦਰ ਮੰਡ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੇਰੀ ਕਹਾਣੀ ਮੇਰੀ ਜ਼ੁਬਾਨੀ। ਅੱਜ ਮੈਂ ਆਪਣੇ ਆਪ ਨੂੰ ਬੜੀ ਹੀ ਕਿਸਮਤ ਵਾਲਾ ਮੰਨਿਆ ਕਿਉਂਕਿ ਅੱਜ ਮੇਰੇ ਨਾਲ ਜਿਹੜੇ ਗੈਸਟ ਆਏ ਨੇ ਭੰਗੜੇ ਦੇ ਲੈਜੈਂਡ ਨੇ। ਭੰਗੜੇ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਹੇ ਨੇ ਅਤੇ ਭੰਗੜੇ ਦੇ ਵਿੱਚ ਆਪਾਂ ਜਿੰਨੀਆਂ ਵੀ ਬੋਲੀਆਂ ਸੁਣਦੇ ਹਾਂ ਉਹ ਸਾਰੀਆਂ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ। ਵੱਧ ਤੋਂ ਵੱਧ ਜਿੰਨੀਆਂ ਬੋਲੀਆਂ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਤੇ ਮਿਲਦੇ ਹਾਂ। ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਜੀ ਰਾਜਵੀਰ ਸਿੰਘ ਮੱਲੀ। ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਕੀ ਹਾਲ ਚਾਲ? ਬਹੁਤ ਵਧੀਆ। ਸਿਹਤਾਂ ਕਿਵੇਂ? ਸਿਹਤ ਵੀ ਠੀਕ ਹੈ, ਬਿਲਕੁਲ ਕਿਆ ਬਾਤ ਹੈ, ਕਿਰਪਾ ਪਰਮਾਤਮਾ ਦੀ। ਸਰ ਆਪਾਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਤੁਹਾਡੇ ਬਚਪਨ ਤੋਂ ਕਰਦੇ ਹਾਂ। ਪਰਿਵਾਰ ਦੇ ਵਿੱਚ ਭੰਗੜੇ ਵਾਲਾ ਮਾਹੌਲ ਸੀ ਜਾਂ ਕੋਈ ਹੋਰ ਗੇਮ ਕਰਦੇ ਸੀ? ਜਿੱਦਾਂ ਹੁੰਦਾ ਨਾ ਕਿ ਮਾਤਾ ਪਿਤਾ ਕੋਈ ਹੋਰ ਕੰਮ ਕਰਦੇ ਨੇ ਤੇ ਬੱਚਾ ਕਿਤੇ ਹੋਰ ਪਾਸੇ ਤੁਰ ਜਾਂਦਾ। ਨਹੀਂ, ਮੇਰੇ ਪਿਤਾ ਜੀ ਦਾ ਤੇ ਇਹ ਸੰਦਰਭ ਸੀਗਾ ਵੀ ਮੈਂ ਪਲੇਅਰ ਬਣਾ ਕਬੱਡੀ ਦਾ ਜੀ। ਕਬੱਡੀ ਖੇਡੀ ਮੈਂ ਕਾਲਜ ਟਾਈਮ 'ਤੇ, ਪਰ ਮੈਨੂੰ ਸਰਦਾਰ ਹਰਦੀਪ ਸਿੰਘ ਬਲਗੜ ਜਿਹੜੇ ਅੱਜ ਕੱਲ੍ਹ USA 'ਚ ਰਹਿੰਦੇ ਆ ਜੀ, ਉਹਨਾਂ ਨੇ ਪ੍ਰੇਰਿਤ ਕੀਤਾ ਮੈਨੂੰ ਭੰਗੜੇ ਵੱਲ। ਮੈਂ 87 ਤੋਂ ਫਿਰ ਭੰਗੜੇ ਦੀ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਜੀ। ਅਤੇ ਸਾਡੇ ਉਸਤਾਦ ਜੀ ਸੀਗੇ ਦੇਸਰਾਜ ਜੀ ਢੋਲ ਮਾਸਟਰ ਮਰਹੂਮ, ਹੁਣ ਇਸ ਦੁਨੀਆ 'ਚ ਨਹੀਂ। ਉਹਨਾਂ ਤੋਂ ਮੈਂ ਆਪਣੇ ਭੰਗੜੇ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ ਸਿੱਖਣ ਦੀ ਜੀ 87 'ਚ। ਜੀ। ਤੇ ਬਚਪਨ ਵਿੱਚ ਯਾਦ ਹੋਵੇ ਸਭ ਤੋਂ ਪਹਿਲਾਂ ਭੰਗੜਾ ਤੁਸੀਂ ਕਿੱਥੇ ਪਰਫਾਰਮ ਕੀਤਾ ਸੀਗਾ? ਕਿਹੜੀ ਉਮਰ ਦੇ ਵਿੱਚ ਕੀਤਾ ਸੀ? ਸਭ ਤੋਂ ਪਹਿਲਾਂ ਮੈਂ ਭੰਗੜਾ ਪਰਫਾਰਮ ਕੀਤਾ ਸੀਗਾ ਬੁੱਲੋਵਾਲ ਹੁਸ਼ਿਆਰਪੁਰ। ਜੀ। ਉਦੋਂ 89 'ਚ ਜੀ ਮੈਂ ਪਹਿਲੀ ਸਟੇਜ ਪਰਫਾਰਮੈਂਸ ਕੀਤੀ ਸੀ ਆਪਣੀ ਲਾਈਫ ਦੀ। ਤੇ ਸਰ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਆਏ ਮੈਂ ਤੁਹਾਨੂੰ ਦੇਖਿਆ ਤੇ ਪਤਾ ਲੱਗਾ ਬਾਅਦ ਵਿੱਚ ਕਿ ਕਿੰਨੀਆਂ ਬੋਲੀਆਂ ਜਿਹੜੀਆਂ ਅੱਜ ਵੀ ਭੰਗੜੇ ਦੇ ਵਿੱਚ ਪੈ ਰਹੀਆਂ ਉਹ ਤੁਹਾਡੇ ਹੱਥੋਂ ਲਿਖੀਆਂ ਗਈਆਂ ਨੇ। ਉਸ ਬਾਰੇ ਥੋੜ੍ਹਾ ਖੁੱਲ੍ਹ ਕੇ ਦੱਸੋ ਕਿ ਕਿੱਦਾਂ ਉਹ ਪੂਰੀ ਹੋਂਦ ਵਿੱਚ ਚੀਜ਼ਾਂ ਆਈਆਂ ਤੇ ਕਿੱਦਾਂ ਬੋਲੀਆਂ ਸਾਰੀਆਂ ਉਹ ਸਟੇਜਾਂ 'ਤੇ ਪੈਣ ਲੱਗੀਆਂ। ਮੈਨੂੰ ਲੋਕ ਨਾਚ ਦੇ ਨਾਲ ਨਾਲ ਲੇਖਣੀ ਦਾ ਸ਼ੌਕ ਬਹੁਤ ਜ਼ਿਆਦਾ ਸੀ, ਲਿਟਰੇਚਰ ਪੜ੍ਹਨ ਦਾ। ਲਿਟਰੇਰੀ ਕਹਾਣੀਆਂ ਮੈਟਰ ਜਿਹੜੇ ਮੈਂ ਅਕਸਰ ਪੜ੍ਹਦਾ ਰਹਿੰਦਾ, ਔਰ ਇਸ ਤੋਂ ਪਹਿਲਾਂ ਮੈਂ 9ਵੀਂ 10ਵੀਂ ਕਲਾਸ ਤੋਂ ਹੀ ਲਿਟਰੇਚਰ ਪੜ੍ਹਨ ਦਾ ਆਦੀ ਸੀਗਾ। ਸੋ ਮੈਨੂੰ ਪ੍ਰੇਰਨਾ ਮਿਲੀ ਉਸ ਵੇਲੇ ਦੇ ਗੀਤ ਫੋਕ ਸੌਂਗ ਸੁਣ ਕੇ ਮੈਂ ਲਿਖਣ ਵੱਲ ਨੂੰ ਚੱਲਿਆ। ਅਤੇ ਅੱਜ ਮੈਨੂੰ ਇਸ ਗੱਲ ਦਾ ਗਰਵ ਹੈਗਾ ਕਿ ਮੇਰੀਆਂ ਸਾਰੀਆਂ ਯੂਨੀਵਰਸਿਟੀਆਂ 'ਚ ਬੋਲੀਆਂ ਮੇਰੀ ਕਲਮ ਦੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ। ਬੜਾ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ। ਸਰ ਯੂਨੀਵਰਸਿਟੀਆਂ ਵਿੱਚ ਵੀ ਪੈ ਰਹੀਆਂ ਨੇ, ਪੰਜਾਬ ਤੋਂ ਬਾਹਰ ਵੀ ਪੈ ਰਹੀਆਂ ਨੇ, ਵਿਦੇਸ਼ਾਂ ਵਿੱਚ ਪੈ ਰਹੀਆਂ ਨੇ, ਪਰ ਅੱਜ ਸਾਡੇ ਸਟੂਡੀਓ ਵਿੱਚ ਬੋਲੀ ਪਾਊਗੀ। ਮੈਨੂੰ ਲੱਗਦਾ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਚੱਲਦਾ ਰਹਿਣਾ, ਇੱਥੇ ਇੱਕ ਬੋਲੀ ਹੋ ਜਾਵੇ ਪਹਿਲਾਂ। ਉਹ ਤਾਂ ਮੈਂ ਬੜੇ ਫਖਰ ਨਾਲ ਜਦੋਂ ਕੋਈ ਕਹਿੰਦਾ ਤਾਂ ਮੈਂ ਆਪਣੀ ਲਿਖੀ ਹੋਈ ਬੋਲੀ ਗਾਉਣ ਲਈ ਕਦੀ ਸੰਕੋਚ ਨਹੀਂ ਕੀਤਾ। ਸੋ ਮੈਂ ਮੇਰੀ ਲਿਖਤ ਦੀਆਂ ਬੋਲੀਆਂ ਤਕਰੀਬਨ 90 ਤੋਂ 1990 ਦੇ ਦਹਾਕੇ ਤੋਂ ਲਗਾਤਾਰ ਪੈ ਰਹੀਆਂ ਨੇ ਯੂਨੀਵਰਸਿਟੀ ਯੂਥ ਫੈਸਟੀਵਲਾਂ 'ਚ, ਅਤੇ ਦੇਸ਼ ਵਿਦੇਸ਼ 'ਚ ਵੀ ਸਾਡੇ ਪੰਜਾਬੀ ਸਿੰਗਰ ਸ਼ੇਅਰ ਅਤੇ ਗੀਤ ਮੇਰੇ ਕੋਲ ਲਿਖਵਾ ਕੇ ਲੈ ਲੈਂਦੇ ਆ, ਉਹ ਵੀ ਉਹਦੀ ਪੇਸ਼ਕਾਰੀ ਕਰਦੇ ਆ। ਫਿਰ ਗਿੱਧੇ ਦੇ ਮੈਂ ਪੂਰੇ ਦਾ ਪੂਰਾ ਜਿਹੜਾ ਸੈਟਅਪ ਹੈਗਾ ਉਹ ਲਿਖ ਦਿੰਦਾ, ਵੱਖ ਵੱਖ ਥੀਮ ਲੈ ਕੇ। ਅਤੇ ਇਹ ਲਿਖੀ ਹੋਈ ਬੋਲੀ 'ਚ ਮੈਂ ਇੱਕ ਬੜੀ ਪ੍ਰਸਿੱਧ ਜਿਹੜਾ ਗੀਤ ਲਿਖਿਆ ਸੀ ਜਨਾਬ ਪੱਪੀ ਗਿੱਲ ਦੀ ਆਵਾਜ਼ 'ਚੋਂ ਰਿਕਾਰਡ ਹੋਇਆ ਸੀ T ਸੀਰੀਜ਼ ਕੰਪਨੀ 'ਚੋਂ। ਉਹਨੂੰ 2-3 ਮੇਰੇ ਸੀਨੀਅਰ ਸਿੰਗਰ ਜਿਹੜੇ ਹੈਗੇ ਆ ਭਰਾ ਮੇਰੇ ਵੱਡੇ, ਸਰਬਜੀਤ ਚੀਮਾ ਜੀ, ਅਮਰਿੰਦਰ ਗਿੱਲ ਜੀ, ਬਲਜੀਤ ਬੱਲੀ ਜੀ, ਇਹਨਾਂ ਨੇ ਮਤਲਬ ਆਪਣੀਆਂ ਸਟੇਜਾਂ 'ਤੇ ਬਹੁਤ ਉਸ ਗੀਤ ਨੂੰ ਗਾਇਆ। ਬੁਰਰਾ ਫਿਲਮ 'ਚ ਵੀ ਉਸ ਗੀਤ ਨੂੰ ਗਾਇਆ ਗਿਆ। ਸੋ ਮੈਂ ਉਹਦਾ ਹੀ ਇੱਕ ਰੰਗ ਤੁਹਾਨੂੰ ਪੇਸ਼ ਕਰਦਾ ਤਰਾਨੰਦ ਦੇ ਵਿੱਚ। ਹਾੜੀ ਸੋਣੀ ਵੇਚੀ ਤੇ ਕਰਜ਼ ਲੈ ਗਿਆ ਵੀ ਕੋਠੀ ਦਾਣੇ ਪਾਏ ਨੇ। ਤਿੱਲੇਦਾਰ ਜੁੱਤੀਆਂ ਸੁਨਹਿਰੀ ਰੰਗੀਆਂ ਉਹ ਮਾਗੀ ਤੋਂ ਲਿਆਏ ਨੇ। ਉਦੋਂ ਸਾਰੇ ਦੇਸ਼ ਦਾ ਭੰਡਾਰ ਭਰਦੇ ਉਦੋਂ ਸਾਰੇ ਦੇਸ਼ ਦਾ ਭੰਡਾਰ ਭਰਦੇ ਜਦ ਵਾਹੁੰਦੇ ਨੇ ਜ਼ਮੀਨ। ਮੇਲਿਆਂ ਨੂੰ ਚਾਰ ਚੰਨ ਲਾਈ ਜਾਂਦੇ ਨੇ ਸੋਹਣੇ ਗੱਭਰੂ ਸ਼ਕੀਨ। ਮੇਲਿਆਂ ਨੂੰ ਚਾਰ ਚੰਨ ਲਾਈ ਜਾਂਦੇ ਨੇ ਸੋਹਣੇ ਗੱਭਰੂ ਸ਼ਕੀਨ। ਕਿਆ ਬਾਤ ਸਰ, ਕਿਆ ਬਾਤ। ਇਹ ਮੇਰੀ ਬੋਲੀ ਨੂੰ, ਗੀਤ ਨੂੰ
ਬਹੁਤ ਪਿਆਰ ਮਿਲਿਆ ਅਤੇ ਜੀ। ਬੋਲੀ ਦੇ ਰੂਪ 'ਚ ਇਹਦੇ ਮੁਖੜੇ ਜਿਹੜੇ ਆ ਉਹ ਜੀ। ਮੁੰਡਿਆਂ ਨੇ ਵੰਨਗੀ ਬਣਾ ਕੇ ਆਪਣੇ ਆਪਣੇ ਭੰਗੜੇ ਨਾਲ ਆਪਣਾ ਆਪਣਾ ਜਿਹੜਾ ਰੂਹ ਤਾਜ਼ਾ ਕਰਨ ਲਈ ਸਟੇਜਾਂ 'ਤੇ ਇਹਨੂੰ ਬਹੁਤ ਪੇਸ਼ ਜੀ। ਕੀਤਾ, ਗਾਇਆ। ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਇਹਨੂੰ ਸੁਣ ਕੇ, ਗਾ ਕੇ। ਜੀ ਸਰ, ਤੁਸੀਂ ਪੰਜਾਬ ਪੁਲਿਸ ਵਿੱਚ ਨੌਕਰੀ ਵੀ ਕਰਦੇ ਹੋ, ਭੰਗੜੇ ਦੇ ਨਾਲ ਵੀ ਤੁਹਾਡਾ ਸੰਬੰਧ ਰੱਖਿਆ ਹੈ, ਪਰ ਆਹ ਮੈਨੂੰ ਹੁਣ ਪਤਾ ਲੱਗਾ ਤੁਸੀਂ ਗਾਉਂਦੇ ਬਹੁਤ ਸੋਹਣਾ ਹੋ ਸਰ। ਭੰਗੜਾ ਤਾਂ ਚਲੋ ਤੁਸੀਂ ਬਹੁਤ ਟਾਈਮ ਤੋਂ ਪਾ ਰਹੇ ਹੋ, ਗਾਉਣ ਵੱਲ ਨਹੀਂ ਕਦੇ ਮੋੜ ਕੱਟਿਆ ਕਿ ਇੱਕ ਟਰੈਕ ਵੀ ਕਰ ਲਈਏ? ਨਹੀਂ, ਉਹਦੇ 'ਚ ਥੋੜ੍ਹੀ ਬੰਦਿਸ਼ ਹੁੰਦੀ ਆ। ਜਿਵੇਂ ਹਾਂ। ਦੇਖੋ, ਮੈਂ 91 'ਚ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ, ਜੀ। ਅਤੇ ਜੁਆਇਨ ਕਰਨ ਦੇ ਨਾਲ ਦੇਖੋ ਭੰਗੜੇ ਦਾ ਅਥਾਹ ਪਿਆਰ ਮਿਲਿਆ ਆਪਾਂ ਨੂੰ। ਹੂੰ। ਸਾਡੀ ਤਿਆਰੀ ਵੀ ਫੁੱਲ ਸੀ ਭੰਗੜੇ ਦੀ, ਹੂੰ। ਕਰਦੇ ਸੀ। ਜੀ। ਔਰ ਪੁਲਿਸ ਵਿਭਾਗ ਵਿੱਚ ਆ ਕੇ ਸਾਨੂੰ ਕਲਾ ਦੇ ਕਦਰਦਾਨ ਅਫਸਰ ਜਿਹੜੇ ਮਿਲੇ, ਜੀ। ਸਾਡੀ ਕਲਾ ਨੂੰ ਸਥਾਪਿਤ ਕਰਨ ਲਈ ਉਹਨਾਂ ਨੇ ਬੜਾ ਵਡਮੁੱਲਾ ਯੋਗਦਾਨ ਪਾਇਆ। ਹੂੰ। ਸੋ ਉਹਦੇ ਨਾਲ ਨਾਲ ਮੈਂ ਆਪਣੀ ਗਾਇਕੀ ਦਾ ਜਿਹੜਾ ਸਫ਼ਰ ਸੀਗਾ ਉਹਨੂੰ ਕਿਸੇ ਹੱਦ ਤੱਕ ਲਿਮਿਟ ਵਿੱਚ ਹੀ ਰੱਖ ਸਕਦਾ, ਕਿਉਂਕਿ ਮੈਂ ਵਿਭਾਗ ਦੇ ਵਿੱਚ ਜੀ। ਜੋਬ ਕਰਦਾ। ਮੈਂ ਕਮਰਸ਼ੀਅਲ ਤੌਰ 'ਤੇ ਮਾਰਕੀਟ ਵਿੱਚ ਐਜ ਏ ਸਿੰਗਰ ਨਹੀਂ ਗਾ ਸਕਦਾ, ਪਰ ਭਾਰਤ ਸਰਕਾਰ ਵੱਲੋਂ ਮੈਂ 16 ਦੇਸ਼ਾਂ ਵਿੱਚ ਜਿਹੜਾ ਵਿਦੇਸ਼ਾਂ ਵਿੱਚ ਟੂਰ ਕੀਤੇ ਆ, ਜੀ। ਆਪਣੇ ਦੇਸ਼ ਨੂੰ ਰਿਪ੍ਰੈਜ਼ੈਂਟ ਕੀਤਾ ਕਿਆ ਬਾਤ। ਭੰਗੜੇ ਦੀਆਂ ਬੋਲੀਆਂ ਨਾਲ ਅਤੇ ਲੋਕ ਗਾਇਕੀ ਨਾਲ, ਅਲਗੋਜਿਆਂ ਨਾਲ, ਤੂੰਬੀ ਨਾਲ, ਉੱਚੇ ਸੁਰ ਦੀ ਲੋਕ ਗਾਇਕੀ ਗਾ ਕੇ। ਕਿਆ ਮੈਨੂੰ ਬਾਤ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ। ਵਾਹ ਸਰ, ਹੁਣ ਭੰਗੜੇ ਦੀ ਗੱਲ ਆਪਾਂ ਪਹਿਲਾਂ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡਾ ਜਿਹੜਾ ਪੰਜਾਬ ਪੁਲਿਸ ਵਾਲੀ ਤੁਸੀਂ ਨੌਕਰੀ ਕਰਦੇ ਹੋ ਉਹਦੀ ਗੱਲਬਾਤ ਵੀ ਕਰਾਂਗੇ। ਜੇ ਆਪਾਂ ਭੰਗੜੇ ਦੀ ਗੱਲ ਕਰੀਏ, ਭੰਗੜਾ ਜਿਹੜੇ ਟਾਈਮ ਵਿੱਚ ਤੁਸੀਂ ਪਾਉਂਦੇ ਸੀ ਉਦੋਂ ਉਹਦੀ ਰੂਪ ਰੇਖਾ ਕੁਝ ਹੋਰ ਸੀ, ਹੁਣ ਉਹਦੀ ਰੂਪ ਰੇਖਾ ਕੁਝ ਹੋਰ ਹੈ। ਭੰਗੜੇ ਨੂੰ ਇੱਕ ਵੈਸਟਰਨ ਤਰੀਕੇ ਨਾਲ ਪੇਸ਼ ਕਰਦੇ ਪਏ ਨੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਨਾਲ ਇਸ ਤਰ੍ਹਾਂ ਜੀ, ਜਦੋਂ ਅਸੀਂ ਭੰਗੜਾ ਪਾਉਂਦੇ ਸੀ 88, 89, 90 'ਚ ਮੈਂ 3 ਸਾਲ ਕਾਲਜ ਪੜ੍ਹਿਆ। ਉਸ ਵੇਲੇ ਭੰਗੜਾ ਜਿਹੜਾ ਉਹ ਤਾਲਾਂ ਦੇ ਆਧਾਰਿਤ, ਜਿਹੜਾ ਉਸਤਾਦ ਲੋਕਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਜਿਹੜੇ ਆ ਉਹਨਾਂ ਨੂੰ ਫੋਲੋ ਕਰਕੇ ਪਾਇਆ ਜਾਂਦਾ ਸੀ। ਜੀ। ਪਰ ਅੱਜ ਕੱਲ੍ਹ ਮਹਿਸੂਸ ਆ ਜਿਵੇਂ ਸਾਈਬਰ ਕ੍ਰਾਈਮ ਆ, ਇੱਦਾਂ ਹੀ ਸਾਈਬਰ ਕੋਚ ਆ। ਜੀ। ਉਹ ਨੈੱਟ ਤੋਂ ਚੱਕਦੇ ਆ ਅਤੇ ਉਹ ਉੱਦਾਂ ਦੀ ਜਿਹੜੀ ਚੀਜ਼ ਆ ਉਹ ਬੱਚਿਆਂ ਨੂੰ ਕਰਾਈ ਜਾਂਦੇ ਆ। ਉਹਦੇ 'ਚ ਕੋਈ ਪ੍ਰਮਾਣਿਤ ਸਾਡੀਆਂ ਚਾਲਾਂ ਨਜ਼ਰ ਨਹੀਂ ਆਉਂਦੀਆਂ, ਕਿਸੇ ਤਾਲ ਦੇ ਬਹਿਰ ਨਾਲ ਕੁਛ ਟੱਚ ਨਹੀਂ ਹੁੰਦਾ। ਜੀ। ਅਤੇ ਇਹ ਤਕਲੀਫ ਜ਼ਰੂਰ ਸਾਡੇ ਦਿਲ ਨੂੰ ਵਿਲੁੰਦਰਦੀ ਆ ਜਦੋਂ ਅਸੀਂ ਸਟੇਜਾਂ 'ਤੇ ਦੇਖਦੇ ਹਾਂ, ਜਾਂ ਉਸ ਚੀਜ਼ ਨੂੰ ਜੱਜਮੈਂਟ 'ਤੇ ਨਿਰੀਖਣ ਕਰਨ ਲਈ ਡਿਊਟੀ ਲੱਗਦੀ ਆ ਯੂਨੀਵਰਸਿਟੀ ਜਾਂ ਬੋਰਡ ਵੱਲੋਂ। ਉਹ ਤਕਲੀਫ ਹੁੰਦੀ ਆ, ਮੈਨੂੰ ਤਾਂ ਹੁੰਦੀ ਆ, ਮੈਨੂੰ ਬਾਕੀ ਮੈਂ ਸਾਰਿਆਂ ਦਾ ਤਾਂ ਚਲੋ ਨਹੀਂ। ਮੈਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਦਾ ਕਿ ਸਾਡੀਆਂ ਚਾਲਾਂ ਨੂੰ, ਸਾਡੀ ਮਾਂ ਬੋਲੀ ਦੇ ਸ਼ਬਦਾਂ ਨੂੰ ਵਿਗਾੜ ਕੇ ਕਿੱਦਾਂ ਉਹਨੂੰ ਅਧਰੰਗ ਕੀਤਾ ਜਾ ਰਿਹਾ। ਮੈਨੂੰ ਤਕਲੀਫ ਹੈ ਇਸ ਗੱਲ ਦੀ। ਸਰ, ਆਪਾਂ ਕੋਈ ਵੀ ਕਾਰਜ ਕਰਦੇ ਹਾਂ ਉਸ ਤੋਂ ਪਹਿਲਾਂ ਉਹਦੀ ਟ੍ਰੇਨਿੰਗ ਲੈਂਦੇ ਹਾਂ, ਉਹਦੇ ਬਾਰੇ ਖੋਜ ਕਰਦੇ ਹਾਂ, ਉਹਦੇ ਬਾਰੇ ਪੜ੍ਹਦੇ ਹਾਂ। ਭੰਗੜਾ ਇੱਕ ਇਹੋ ਜਿਹੀ ਚੀਜ਼ ਆ, ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ। ਤੁਸੀਂ ਲੈਜੈਂਡ ਹੋ ਭੰਗੜੇ ਦੇ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਭੰਗੜਾ ਹੋਂਦ ਵਿੱਚ ਕਿਵੇਂ ਆਇਆ, ਇਹਦੇ ਜਿਹੜੇ ਸਟੈਪ ਆ ਉਹ ਕਿਵੇਂ ਬਣੇ। ਮੈਂ ਇਹ ਚੀਜ਼ ਜਾਣਨੀ ਚਾਹੁੰਦਾ, ਥੋੜ੍ਹੀ ਜਿਹੀ ਇਹਦੇ ਉੱਪਰ ਚਾਨਣਾ ਪਾਓ ਕਿ ਭੰਗੜਾ ਹੋਂਦ ਵਿੱਚ ਕਿਵੇਂ ਆਇਆ, ਉਹਦੇ ਸਟੈਪ ਕਿੱਦਾਂ ਬਣਨੇ ਸ਼ੁਰੂ ਕੀਤੇ, ਸਾਰਾ ਕੁਝ ਦੱਸੋ ਜੀ। ਦੇਖੋ, ਹੋਂਦ ਵਿੱਚ ਤਾਂ ਸਾਡੇ ਮੇਲਿਆਂ 'ਤੇ ਜਾਣ ਲਈ, ਖੁਸ਼ੀ ਦਾ ਇਜ਼ਹਾਰ ਕਰਨ ਲਈ, ਜੀ। ਜਾਂ ਕਹਿ ਰਹੇ ਜਿੱਦਾਂ ਉਸਤਾਦ ਲੋਕਾਂ ਨੇ ਸਾਨੂੰ, ਮਾਸਟਰ ਜਨਕ ਰਾਜ ਜੀ, ਮਾਸਟਰ ਮੁਨਸ਼ੀ ਰਾਮ ਜੀ ਦੇ ਘਰਾਣੇ 'ਚੋਂ ਆ, ਉਹਨਾਂ ਨੇ ਜੋ ਦੱਸਿਆ, ਉਹਨਾਂ ਦੇ ਦੱਸਣ ਮੁਤਾਬਕ ਅਸਲ ਭੰਗੜਾ ਤੇ ਜਿਹੜਾ ਖੁਸ਼ੀ ਦੇ ਮੂਡ ਦੇ ਵਿੱਚ, ਤੇ ਸ਼ਿਵਜੀ ਮਹਾਰਾਜ ਦੇ ਵਿਆਹ 'ਤੇ ਪਹਿਲੇ ਦਿਨ ਕਹਿੰਦੇ ਇਹਦੀ ਉਤਪਤੀ ਹੋਈ ਕਹਿ ਲਈਏ, ਜਿੱਥੇ ਨਾਭੀ ਨਾਥ ਨਾਂ ਦੇ ਜੋਗੀ ਨੇ ਢੋਲ ਵਜਾਇਆ ਪਹਿਲੇ ਦਿਨ। ਤਾਂ ਉਹ ਤਾਂ ਉਸ ਨੂੰ ਮੰਨਦੇ ਹਾਂ ਆਪਾਂ, ਪਰ ਜੇ ਸਟੇਜੀਕਰਨ ਵਾਲੇ ਪਾਸੇ ਤੁਸੀਂ ਕਹਿੰਦੇ ਵੀ ਇਹਨੂੰ ਪੇਸ਼ ਕੀਤਾ, ਅਤੇ ਸਵਰਗਵਾਸੀ ਮਨੋਹਰ ਦੀਪਕ ਜੀ, ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਡੰਗੋਰੀ ਹੋਰਾਂ ਨੇ ਉਸਤਾਦ ਭਾਨਾ ਰਾਮ ਜੀ ਦੇ ਢੋਲ ਦੇ ਉੱਤੇ ਇਹਨੂੰ ਨਯਾਦਾਰ ਫਿਲਮ 'ਚ ਪੇਸ਼ ਕੀਤਾ। ਨਯਾਦੌਰ ਫਿਲਮ ਤੋਂ ਬਾਅਦ ਸਟੇਜੀਕਰਨ ਹੋਇਆ ਬੰਬੇ ਇੰਡਸਟਰੀ 'ਚ, ਬਹੁਤ ਸਾਰੀਆਂ ਫਿਲਮਾਂ 'ਚ, ਜਿੱਥੇ ਕਿ ਭੰਗੜਾ ਪੇਸ਼ ਕਰਦੇ ਉਹਨਾਂ ਗੱਭਰੂਆਂ ਨੂੰ ਨਰਗਿਸ ਨੇ, ਜਿਹੜੇ ਸੁਨੀਲ ਦੱਤ ਦੇ ਵਾਈਫ ਸੀਗੇ, ਉਹਨਾਂ ਨੇ ਕਿਹਾ ਸੀ ਕਿ ਇਨਸਾਨ ਨੂੰ ਇਨਸਾਨ ਦੀ ਤਰ੍ਹਾਂ ਨੱਚਦਿਆਂ ਮੈਂ ਪਹਿਲੀ ਵਾਰੀ ਦੇਖਿਆ। ਇਹ ਭੰਗੜੇ ਨੂੰ ਬੜਾ ਮਾਣ ਮਤੇ ਲਫ਼ਜ਼ ਜਿਹੜੇ ਐਡੀ ਹਸਤੀ ਦੇ ਮੂੰਹੋਂ ਸੁਣਨ ਨੂੰ ਮਿਲੇ। ਉਸ ਤੋਂ ਬਾਅਦ ਏਸ਼ੀਆ ਗੇਮ, ਜੋ ਆਪਣਾ ਹੈਗਾ ਸੁਤੰਤਰਤਾ ਦਿਵਸ ਆ, ਗਣਤੰਤਰ ਦਿਵਸ, ਜੋ ਵੀ ਜਿੱਥੇ ਮੌਕੇ ਮਿਲਦੇ ਗਏ, ਭੰਗੜਾ ਫਿਰ ਇਹ ਦੇਸ਼ ਵਿਦੇਸ਼ ਵਿੱਚ ਬੜੀ ਉੱਚ ਪੱਧਰ ਦੀ ਸਥਾਪਨਾ ਹੋਈ, ਇਹਦਾ ਕੁੱਲ ਆਲਮ ਦੇ ਵਿੱਚ ਇਹ ਮਸ਼ਹੂਰ ਹੋਇਆ। ਜੀ ਸਰ, ਹੁਣ ਤੁਹਾਡੀ ਗੱਲ ਕਰਦੇ ਹਾਂ, ਤੁਸੀਂ ਭੰਗੜੇ ਦੀ ਸਿੱਖਿਆ ਕਿੱਥੋਂ ਲਈ, ਕਿਹੜੇ ਉਸਤਾਦ ਜੀ ਤੋਂ ਲਈ, ਅਤੇ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਭੰਗੜੇ ਵੱਲ ਜਾਣਾ, ਉਹਨਾਂ ਨੇ ਕਿੰਤੂ ਪਰੰਤੂ ਤਾਂ ਨਹੀਂ ਕੀਤਾ? ਨਹੀਂ, ਸਾਡੇ ਪਰਿਵਾਰ 'ਚ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਰੇਲਵੇ 'ਚ ਸੀਗੇ, ਸਪੋਰਟਸਮੈਨ ਸੀ। ਉਹਨਾਂ ਨੂੰ, ਸਾਨੂੰ ਤਿੰਨਾਂ ਭਰਾਵਾਂ ਨੂੰ ਸਪੋਰਟਸ ਕਰਾਉਣ ਦਾ ਉਹਨਾਂ ਦਾ ਤਹੱਈਆ ਸੀ। ਉਹਦੇ ਨਾਲ ਫਿਰ ਕਬੱਡੀ ਦਾ ਮੈਨੂੰ ਬਹੁਤ ਸ਼ੌਕ ਸੀ, ਪਰ ਮੈਨੂੰ ਜਾਣੀ 88 ਦੇ ਵਿੱਚ ਸਰਦਾਰ ਹਰਦੀਪ ਸਿੰਘ ਬਲਗਨ ਜਿਹੜੇ ਹੈਗੇ ਆ, ਨਕੋਦਰ, ਉਹ ਕਾਲਜ 'ਚ ਉਦੋਂ ਸਟੂਡੈਂਟ ਸੀਗੇ, ਤਾਂ ਉਹਨਾਂ ਨੇ ਪ੍ਰੇਰਿਤ ਕੀਤਾ ਵੀ ਤੁਸੀਂ ਕਬੱਡੀ ਦੇ ਪਲੇਅਰ ਹੈਗੇ ਆ, ਪਰ ਤੁਸੀਂ ਭੰਗੜੇ ਵਾਲੇ ਪਾਸੇ ਵੀ ਆਪਣੇ ਆਪ ਨੂੰ ਪਰਖ ਕੇ ਦੇਖੋ। ਮੈਂ ਪਰਖਿਆ ਅਤੇ ਉਹਨਾਂ ਦੀ ਕਸਵੱਟੀ 'ਤੇ ਮੈਂ ਖਰਾ ਉਤਰਿਆ, ਕਹਿ ਸਕਦਾ ਵੀ 100% ਨਹੀਂ ਤਾਂ 80% ਉਤਰਿਆ।
ਤੇ ਉਸਤਾਦ ਦੇਸਰਾਜ ਜੀ ਜਿਹੜੇ ਸਵਰਗਵਾਸੀ ਹੈਗੇ ਆ ਜਲੰਧਰ ਵਾਲੇ, ਉਹਨਾਂ ਤੋਂ ਮੈਂ ਢੋਲ ਤੇ ਸ਼ੁਰੂਆਤ ਭੰਗੜੇ ਦੀ ਕੀਤੀ ਪਹਿਲਾਂ ਸਭ ਤੋਂ। ਸਰ ਪੁਰਾਣੇ ਸਮੇਂ ਦੀ ਗੱਲ ਕਰੀਏ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਭੰਗੜਾ ਪਲੇਅਰ ਹੁੰਦੇ ਸੀ ਜਾਂ ਭੰਗੜਾ ਪ੍ਰੇਮੀ ਹੁੰਦੇ ਸੀ, ਉਹਨਾਂ ਦੇ ਕੱਦ ਬੜੇ ਉੱਚੇ ਲੰਮੇ ਹੁੰਦੇ ਸੀ, ਗੱਭਰੂ ਜਵਾਨ ਹੁੰਦੇ ਸੀ। ਕਹਿੰਦੇ ਵੀ ਮੈਂ ਵੀ ਚੀਜ਼, ਤੁਹਾਨੂੰ ਵੀ ਇਹ ਚੀਜ਼ ਪਤਾ ਆ, ਤੁਹਾਡੇ ਤੋਂ ਕਈ ਸਿੱਖਦੇ ਵੀ ਨੇ, ਕਹਿੰਦੇ ਪੱਟਾਂ 'ਚ ਜਾਨ ਹੋਣੀ ਚਾਹੀਦੀ ਹੈ ਭੰਗੜਾ ਪਾਉਣ ਨੂੰ। ਭੰਗੜਾ ਇਹ ਤਾਂ ਸੁਭਾਵਿਕ ਹੀ ਆ ਵੀ ਗੋਡਿਆਂ ਤੇ ਮੋਢਿਆਂ ਦਾ ਨਾਚ ਆ ਭੰਗੜਾ। ਵਾਹ। ਪਰ ਇਹਦੇ ਨਾਲ ਇਹ ਜ਼ਰੂਰੀ ਨਹੀਂ ਵੀ ਉੱਚਾ ਲੰਮਾ ਗੱਭਰੂ ਹੀ ਭੰਗੜਾ ਪਾ ਸਕਦਾ, ਕਿਉਂਕਿ ਜਿਵੇਂ ਦੇਖੋ ਗੁਰੂ ਪੀਰ ਆ ਜਾਂ ਕੋਈ ਖਿਡਾਰੀ ਆ ਜਾਂ ਕਲਾਕਾਰ ਆ, ਉਹਦਾ ਕੱਦ ਮਾਪ ਕੇ ਕਦੀ ਵੀ ਕੋਈ ਚੀਜ਼ ਨਹੀਂ ਕਰਾਈ ਜਾ ਸਕਦੀ। ਉਹਦੀ ਕਲਾ ਜਿਹੜੀ ਆ, ਉਹਦੇ ਪੈਰਾਂ ਦੇ ਵਿੱਚ ਤਾਲ, ਉਹਦਾ ਆਰਟ, ਉਹਦੀ ਵਿਲੱਖਣਤਾ ਜਿਹੜੀ ਅੰਦਰ ਹੈ, ਜਿਹਨੇ ਪ੍ਰਗਟ ਹੋਣਾ ਬਾਹਰ ਰੰਗਮੰਚ ਤੇ ਆ ਕੇ, ਉਹਦਾ ਕੋਈ ਨਾਪ ਤੋਲ ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ ਵੀ ਸੋਹਣਾ ਸੁਨੱਖਾ ਹੀ ਹੋਵੇ ਤੇ ਉਹੀ ਸਾਡੇ, ਕਿਉਂਕਿ ਮਾਂ ਬੋਲੀ ਦੀ ਸ਼ਬਦਾਵਲੀ ਦੇ ਵਾਰਸ ਤੇ ਸਾਡੀ ਕਲਾ ਦੇ ਵਾਰਸ ਜਿਹੜੇ ਆ, ਉਹ ਕਦੀ ਵੀ ਇੱਕ ਮਾਪਦੰਡ ਦੇ ਨਹੀਂ ਹੋ ਸਕਦੇ। ਕਿਹੋ ਜਿਹਾ ਆਦਮੀ ਹੋਵੇ, ਉਹਦੀ ਨਾਚ ਕਲਾ ਜਾਂ ਖਿਡਾਰੀ ਆ ਤੇ ਉਹਦੀ ਸਪੋਰਟਸ ਦੀ ਜਿਹੜੀ ਆ ਕਲਾ, ਉਹਦਾ ਸਟੈਮਨਾ ਉਹ ਡਿਜ਼ਰਵ ਕਰਦਾ। ਸੋ ਇਹ ਮੈਨੂੰ ਫਰਕ ਜ਼ਰੂਰ ਨਜ਼ਰ ਆਇਆ ਵੀ ਸਾਡੇ ਵੇਲੇ ਜਿਹੜਾ ਸਟੈਮਨਾ ਤੇ ਮਿਹਨਤ ਤੇ ਉਸਤਾਦ ਲੋਕਾਂ ਦੀ ਜਿਹੜੀ ਜ਼ਿਆਦਾ ਉਹ ਕੀਤੀ ਜਾਂਦੀ ਸੀ, ਰਿਸਪੈਕਟ ਜਿਹੜੀ ਆ, ਉਹ ਅੱਜ ਉਹ ਨਜ਼ਰ ਨਹੀਂ ਆ ਰਹੀ। ਤਿੰਨੇ ਚੀਜ਼ਾਂ ਹੀ ਥੋੜ੍ਹਾ ਥੋੜ੍ਹਾ ਮੈਨੂੰ ਉਹਨਾਂ 'ਚ ਕਮੀ, ਹੀਣਤਾ ਮਹਿਸੂਸ ਆ ਰਹੀ ਆ। ਹੀਣਤਾ ਮੈਂ ਮਹਿਸੂਸ ਕਰਦਾ, ਪਰ ਊਣਤਾ ਹੀ ਜ਼ਰੂਰ ਹੈਗੀ ਆ ਉਹਦੇ ਵਿੱਚ। ਤੁਸੀਂ ਸਟੈਮਨੇ ਦੀ ਗੱਲ ਕੀਤੀ ਕਿ ਪਹਿਲਾਂ ਸਟੈਮਨਾ ਬਹੁਤ ਸੀ। ਜੇ ਅੱਜ ਕੱਲ੍ਹ ਦੀ ਆਪਾਂ ਗੱਲ ਕਰੀਏ, ਕੋਈ ਵੀ ਬੰਦਾ, ਕੋਈ ਨੌਜਵਾਨ ਗੇਮ ਕਰਦਾ, ਮੰਨ ਲਓ ਕਿ ਭੰਗੜਾ ਹੀ ਪਾਉਂਦਾ ਜਾਂ ਕੋਈ ਗੇਮ ਕਰਦਾ ਜਾਂ ਕੋਈ ਹੋਰ ਕਾਰਜ ਕਰਦਾ ਜਾਂ ਜਿੰਮ ਜਾਂਦਾ ਆ, ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਖੁਰਾਕਾਂ ਹੁੰਦੀਆਂ ਸੀ ਘਿਓ, ਮੱਖਣ, ਦੁੱਧ। ਇਹ ਚੀਜ਼ਾਂ ਛੱਡ ਕੇ ਅੱਜ ਕੱਲ੍ਹ ਦੇ ਨੌਜਵਾਨ ਇੱਕ ਐਨਰਜੀ ਡਰਿੰਕ 'ਤੇ ਆ ਗਏ ਨੇ, ਉਹਦਾ ਸੇਵਨ ਕਰਨ ਲੱਗ ਪਏ ਨੇ। ਕਿਤੇ ਨਾ ਕਿਤੇ ਇਹ ਗਲਤ ਹੈ ਜਾਂ ਸਹੀ ਆ? ਇਹ ਗਲਤ ਹੈ ਜੀ, ਕਿਉਂਕਿ ਹਮੇਸ਼ਾ ਹੀ ਜਿਹੜੀ ਚੀਜ਼ ਸੋਚ ਸਮਝ ਕੇ ਖਾਣੀ ਆ, ਉਹਦਾ ਰਿਜ਼ਲਟ ਅੱਛਾ ਜੀ। ਫਾਸਟ ਫੂਡ, ਸਲੋ ਸਟੱਡੀ। ਵਾਹ। ਸਲੋ ਫੂਡ ਸੋਚ ਸਮਝ ਕੇ ਖਾਣਾ ਤੇ ਤੁਹਾਡੀ ਜਿਹੜੀ ਆ ਉਹ ਮੱਤ ਉੱਚੀ, ਜਿਵੇਂ ਕਹਿੰਦੇ ਆ ਅਰਦਾਸ ਵਿੱਚ ਆਪਾਂ ਰੋਜ਼ ਕਹਿੰਦੇ ਆ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜੇ ਸੋਚ ਸਮਝ ਕੇ ਖਾਵਾਂਗੇ, ਸਾਡੀ ਸੋਚ ਜਿਹੜੀ ਆ ਉਹ ਬਹੁਤ ਵਧੀਆ ਲੈਵਲ ਦੀ ਹੋਊਗੀ ਜੀ, ਉਸਾਰੂ ਸੋਚਾਂਗੇ ਅਸੀਂ। ਵਾਹ। ਸਰ ਕੋਈ ਇੱਦਾਂ ਦੀ ਯਾਦ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੋ ਅੱਜ ਵੀ ਤੁਹਾਡੇ ਦਿਲ ਦੇ ਕਰੀਬ ਹੋਵੇ, ਜਿੱਥੇ ਤੁਸੀਂ ਭੰਗੜਾ ਪਰਫੋਰਮ ਕੀਤਾ। ਹਾਂ, ਇਹ ਮੇਰੇ ਨਾਲ 2-3 ਵਾਰ ਵਾਪਰਿਆ, ਇੱਕ ਯਾਦ ਨਹੀਂ, 2-3 ਵਾਰ ਵਾਪਰਿਆ ਕਿ ਜਦੋਂ ਭੰਗੜਾ ਪੇਸ਼ ਕਰਨ ਸਮੇਂ, ਇੱਕ ਵਾਰ ਕੁਵੈਤ ਦੇ ਵਿੱਚ ਅਸੀਂ ਹੁਣੇ 2015 'ਚ ਗਏ ਸੀ ਜੀ। ਸੋ ਉੱਥੇ ਗਲਾ ਮੇਰਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਫਿਰ 1 ਘੰਟਾ 40 ਮਿੰਟ ਦੀ ਪਰਫੋਰਮੈਂਸ ਸੀ ਤੇ ਸਾਡੀ CD 'ਤੇ ਜਿਹੜੇ ਰਿਕਾਰਡਡ ਆਈਟਮਾਂ ਸੀਗੀਆਂ, ਉਹ ਵੀ CD ਸਾਡੀ ਫਸ ਗਈ ਤੇ ਉਹ ਵੀ ਖਰਾਬ ਹੋ ਗਿਆ ਸਾਡਾ ਸਾਰੀ। ਤੇ 1 ਘੰਟਾ 40 ਮਿੰਟ ਖਰਾਬ ਗਲੇ 'ਚ ਮੈਨੂੰ ਸਾਰੀ ਪੇਸ਼ਕਾਰੀ ਕਰਨੀ ਪਈ। 9 ਦੇ 9 ਈਵੈਂਟ ਜਿਹੜੇ ਆ ਲਾਈਵ ਗਾਉਣੇ ਪਏ ਜੀ। ਤੇ ਮੈਂ ਗਰਮ ਪਾਣੀ ਨਾਲ ਫਟਕੜੀ ਦੇ ਗਰਾਰੇ ਕਰਕੇ ਉਹਨੂੰ ਉਸ ਵੇਲੇ ਆਪਣਾ ਜਿਹੜਾ ਪੁਰਾਣਾ ਕਿਸੇ ਦਾ ਦੱਸਿਆ ਨੁਸਖਾ, ਉਹ ਕੰਮ ਆ ਗਿਆ ਤੇ ਮੈਂ 1 ਘੰਟਾ 40 ਮਿੰਟ ਨਿਭਾ ਗਿਆ ਸਟੇਜ 'ਤੇ। 1 ਘੰਟਾ 40 ਮਿੰਟ ਲਾਈਵ ਗਾ ਗਿਆ ਖਰਾਬ ਗਲੇ ਨੂੰ ਮੈਂ ਫਟਕੜੀ ਦੇ ਗਰਾਰੇ ਕਰਕੇ। ਇਹ ਬੜਾ ਮੈਂ ਮਤਲਬ ਵਧੀਆ ਸਮਝਦਾ ਆਪਣੇ ਆਪ ਨੂੰ, ਮੇਰੀ ਜ਼ਿੰਦਗੀ ਦਾ ਬੜਾ ਵਧੀਆ ਮੋੜ ਸੀ, ਬੜੀ ਖੁਸ਼ੀ ਹੁੰਦੀ ਉਹਨੂੰ ਯਾਦ ਕਰਕੇ। ਸਰ ਤੁਸੀਂ 18-19 ਦੇਸ਼ਾਂ ਵਿੱਚ ਪੂਰੀ ਧੌਂਸ ਜਮਾ ਕੇ ਆਏ ਹੋ ਭੰਗੜੇ ਦੀ। ਇੱਥੋਂ ਦਾ ਭੰਗੜਾ, ਪੰਜਾਬ ਦੇ ਨੌਜਵਾਨ ਤੇ ਬਾਹਰਲੇ ਨੌਜਵਾਨ ਦੋਨਾਂ ਵਿੱਚ ਕੀ ਫਰਕ ਲੱਗਦਾ? ਪਰ ਅਸਲੀਅਤ ਆ, ਜਿਵੇਂ ਆਰਟੀਫਿਸ਼ਲ ਤੇ ਅਸਲੀਅਤ, ਅਸਲ ਚੀਜ਼ 'ਚ ਫਰਕ ਹੁੰਦਾ ਕਿ ਅਸੀਂ ਆਪਣੀ ਨਬਜ਼ ਦੀ, ਸਾਡੀ ਨਬਜ਼ ਜਿਹੜੀ ਆ ਢੋਲ ਦੀ ਤਾਲ ਦੇ ਨਾਲ ਪ੍ਰਤੀਕ ਆ ਜੀ। ਬਾਹਰਲੇ ਲੋਕਾਂ ਨੇ ਸੁਣ ਕੇ ਉਹਨੂੰ ਫਿਰ ਅਪਣਾਉਣਾ, ਸਾਡੇ ਖੂਨ ਦੇ ਵਿੱਚ ਹੀ ਆ। ਜੇ ਬੱਚਾ 1.5 ਸਾਲ ਦਾ ਮੰਜੇ 'ਤੇ ਲਿਟਿਆ ਹੋਇਆ, ਉੱਧਰ ਗੀਤ ਚੱਲ ਰਿਹਾ TV 'ਤੇ ਜਾਂ ਆਡੀਓ ਚੱਲ ਰਹੀ ਆ, ਤੇ ਉਹ ਆਟੋਮੈਟਿਕ ਹੀ ਪਾਉਂਦਾ, ਕਿਉਂਕਿ ਸਾਡੇ ਬਲੱਡ 'ਚ ਆ ਉਸ ਚੀਜ਼ ਟੱਚ ਆ। ਤੇ ਓਰੀਜਨਲ ਹੀ ਹੁੰਦੀ ਆ, ਢੋਲ ਦੀ ਤਾਲ ਦਾ ਕੋਈ ਮੁਕਾਬਲਾ ਨਹੀਂ ਹੈ ਸਾਰੀ ਦੁਨੀਆ ਤੇ। ਇਹ ਚੈਲੰਜ ਆ ਆਪਣਾ। ਬਿਲਕੁਲ ਜੀ, ਬਿਲਕੁਲ। ਸਰ ਇਹ ਤਾਂ ਹੋਈ ਭੰਗੜੇ ਦੀ ਗੱਲ। ਹੁਣ ਤੁਹਾਡੇ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ। ਤੁਸੀਂ 1988 ਵਿੱਚ ਭੰਗੜਾ ਸ਼ੁਰੂ ਕੀਤਾ ਤੇ 1991 ਦੇ ਵਿੱਚ ਤੁਸੀਂ ਪੁਲਿਸ ਜੌਬ ਵਿੱਚ ਲੱਗ ਗਏ। ਇਹ ਜਿਹੜੀ ਜੌਬ ਹੈ ਭੰਗੜੇ ਥਰੂ ਨਿਕਲੀ ਜਾਂ ਪਰਿਵਾਰ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਓ? ਨਹੀਂ, ਭਰਤੀ ਤਾਂ ਮੈਂ ਸਿਲੈਕਸ਼ਨ 'ਚ ਹੀ ਹੋਇਆ ਜੀ, ਪਰ ਕਦਰਦਾਨ ਅਫਸਰਾਂ ਨੇ ਉਹਦੀ ਪਹਿਚਾਣ ਕਰ ਲਈ। ਮੈਨੂੰ ਇਹ ਅਵਸਰ ਮਿਲਿਆ ਕਿ ਮੈਨੂੰ ਸਿਖਲਾਈ ਦੇਣ ਦਾ, ਭੰਗੜੇ ਦਾ ਜਿਹੜਾ ਉਹ ਚਾਂਸ ਹੀ ਦਿੱਤਾ। ਸ਼੍ਰੀ GS ਔਜਲਾ ਜੀ, ਸਾਬਕਾ ADGP ਜਿਹੜੇ ਸੀਗੇ, ਉਹਨਾਂ ਨੇ ਵਧੇਰੇ ਚਾਂਸ ਦਿੱਤਾ ਤੇ ਮੈਂ ਪੋਸਟ ਸਟੱਡੀ ਫਲੋਰ ਫਿਰ ਕਲਚਰਲ ਐਕਟੀਵਿਟੀ ਲਈ ਹੋ ਗਿਆ ਜੀ 93 'ਚ ਜੀ। ਤੇ ਅੱਜ ਤੱਕ ਮੈਂ ਉੱਥੇ ਪੋਸਟਡ ਹਾਂ। ਕਿਆ ਬਾਤ ਹੈ। ਮਤਲਬ ਨਾਲ ਭੰਗੜਾ ਵੀ ਤੇ ਨਾਲ ਪੰਜਾਬ ਪੁਲਿਸ ਵੀ। ਹਾਂਜੀ ਸਰ, ਕਿਤੇ ਨਾ ਕਿਤੇ ਜਿਹੜਾ ਉਹ ਇੱਕ ਥੋੜ੍ਹਾ ਜਿਹਾ ਮਾਹੌਲ ਕਰ ਸਕਦਾ, ਕਿਉਂਕਿ ਮੈਨੂੰ ਤੁਹਾਡੇ ਨਾਲ ਡਰ ਲੱਗ ਰਿਹਾ। ਇੰਨੇ ਵੱਡੇ ਲੈਜੈਂਡ ਮੇਰੇ ਸਾਹਮਣੇ ਬੈਠੇ ਆ ਤੇ ਮੈਨੂੰ ਲੱਗਦਾ ਇਹ ਜਾਇਜ਼ ਆ ਕਰਨਾ। ਤਾਂ ਸਰ ਉਹ ਜਿਹੜਾ ਰੋਬ ਹੈ ਪੰਜਾਬ ਪੁਲਿਸ ਵਾਲਾ, ਕਦੀ ਆਪਣੇ ਬੱਚਿਆਂ 'ਤੇ ਜਾਂ ਘਰੇ ਦਿਖਾਇਆ? ਨਹੀਂ, ਮੇਰੇ ਖਿਆਲ ਨਾਲ
ਜੇ ਅਸਲ 'ਚ ਕੋਈ ਖਿਡਾਰੀ ਹੋਵੇ ਜਾਂ ਅਸਲ ਕਲਾਕਾਰ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਜਾਂ ਉਹਦੇ ਅੰਦਰ ਕਲਾਕਾਰ ਜਿੰਦਾ ਜਾਗਦਾ ਹੋਵੇ ਤੇ ਮੇਰੇ ਖਿਆਲ ਨਾਲ ਗੁੱਸਾ ਆਉਂਦਾ ਹੀ ਨਹੀਂ ਬੰਦੇ ਨੂੰ, ਆਉਣਾ ਚਾਹੀਦਾ ਵੀ ਨਹੀਂ। ਸਰ ਮਾਂ ਬੋਲੀ ਦੀ ਗੱਲ ਕੀਤੀ ਹੈ, ਮਾਂ ਬੋਲੀ ਦੀ ਗੱਲ ਕਰੀਏ ਕਿ ਅੱਜ ਕੱਲ੍ਹ ਸਾਡਾ ਸੱਭਿਆਚਾਰ ਉਹ ਨਹੀਂ ਰਿਹਾ। ਜਿਹੜੇ ਗਾਣੇ ਨੇ, ਗਾਣੇ ਦੀ ਗੱਲ ਕਰੀਏ, ਗਾਣੇ ਸਾਡੇ ਉਹਨਾਂ ਵਿੱਚ ਹਥਿਆਰ, ਵਾਇਲੈਂਸ, ਇਹ ਚੀਜ਼ਾਂ ਆ ਗਈਆਂ ਨੇ। ਇਹ ਕਿੰਨਾ ਕੁ ਸਰ ਇੱਕ ਲਿਮਿਟ ਚਾਹੀਦੀ ਜਾਂ ਬਿਲਕੁਲ ਨਹੀਂ ਚਾਹੀਦੀ ਇਹ ਚੀਜ਼ਾਂ? ਨਹੀਂ, ਦੇਖੋ ਗੀਤਾਂ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ, ਪਰ ਸਾਡੀਆਂ ਮਾਵਾਂ ਭੈਣਾਂ ਦੇ ਭਰਜਾਈਆਂ ਦੇ ਗਹਿਣਿਆਂ ਦੀ ਚਰਚਾ ਹੋਣੀ ਚਾਹੀਦੀ ਆ। ਸਾਡੇ ਕਿਰਸਾਨੀ ਨਾਲ ਸੰਬੰਧਿਤ ਜਿਹੜੇ ਸੰਦ ਆ ਉਹਨਾਂ ਦੀ ਚਰਚਾ ਗੀਤਾਂ 'ਚ ਹੋਵੇ। ਸਾਡੀ ਫਸਲਾਂ ਦੇ ਹੁਲਾਰੇ, ਸਾਡੇ ਪੈਦਾਵਾਰ ਕੀਤੇ ਜਾਣ ਵਾਲੇ ਸਾਰੇ ਜਿਹੜੇ ਪਦਾਰਥ ਆ ਉਹਨਾਂ ਦੀ ਚਰਚਾ ਹੋਵੇ ਗੀਤਾਂ ਵਿੱਚ, ਨਾ ਕਿ ਹਥਿਆਰਾਂ ਦੀ। ਹਥਿਆਰ ਤਾਂ ਦੇਖੋ ਕਿਸੇ ਨੂੰ ਮਾਰ ਦਿੰਦੇ ਆ ਤਾਂ ਵੀ ਅਸੀਂ ਮਰ ਗਏ, ਜੇ ਕੋਈ ਸਾਨੂੰ ਮਾਰ ਗਿਆ ਤਾਂ ਵੀ ਮਰ ਗਏ, ਉਹਦੀ ਸਿਫਤ ਕਰਨ ਦੀ ਲੋੜ ਹੀ ਨਹੀਂ। ਹਥਿਆਰ ਤਾਂ ਹੋਣੇ ਨਹੀਂ ਚਾਹੀਦੇ, ਮੈਂ ਤਾਂ ਕਹਿੰਦਾ ਕਿਰਪਾਨਾਂ ਦਾਤਰ ਵੀ ਨਹੀਂ ਹੋਣੇ ਚਾਹੀਦੇ। ਸੋ ਇਹਨਾਂ ਦੇ ਗੀਤਾਂ 'ਚ ਚਰਚਾ ਕਰਨੀ ਜਿਹੜੀ, ਮੈਂ ਉਹਦੇ ਸਖਤ ਖਿਲਾਫ ਆ। ਚਾਹੇ ਮੇਰੀ ਕੋਈ ਪੇਸ਼ ਨਹੀਂ ਜਾਂਦੀ, ਪਰ ਮੈਂ ਸੋਚਦਾ, ਮੈਨੂੰ ਚੁੱਭਦੀ ਆ ਇਹ ਗੱਲ ਵੀ ਗੀਤਾਂ 'ਚ ਹਥਿਆਰਾਂ ਦਾ ਚਰਚਾ ਨਹੀਂ ਹੋਣਾ ਚਾਹੀਦਾ। ਜੀ ਸਰ, ਤੁਸੀਂ ਪਹਿਲਾਂ ਜਿੱਦਾਂ ਦਰਸ਼ਕਾਂ ਨੂੰ ਵੀ ਪਤਾ ਲੱਗਾ ਕਿ ਤੁਸੀਂ ਲਿਖਦੇ ਵੀ ਹੋ, ਗਾਉਂਦੇ ਵੀ ਹੋ, ਕੋਈ ਗੀਤ ਲਿਖਿਆ ਇਹਨਾਂ ਖਿਲਾਫ, ਹਥਿਆਰਾਂ ਦੇ ਖਿਲਾਫ? ਮੈਂ ਖਿਲਾਫ ਇੱਦਾਂ ਵੀ ਇਹ ਨਹੀਂ ਲਿਖਿਆ ਵੀ ਲੋਕੀ ਹਥਿਆਰ ਕਿਉਂ ਚੱਕਦੇ ਆ, ਪਰ ਮੈਂ ਸਲਾਹ ਆਪਣੀ ਜਿਹੜੀ ਆ ਉਹ ਇਹਦੇ ਵਿਪਰੀਤ ਦਿੱਤੀ ਆ ਵੀ ਹਥਿਆਰ ਚੱਕਣੇ ਨਹੀਂ ਚਾਹੀਦੇ, ਸਾਨੂੰ ਹਥਿਆਰ ਰੱਖਣੇ ਚਾਹੀਦੇ। ਸਰ ਉਹ ਥੋੜਾ ਗਾ ਕੇ ਹਾਂ, ਉਹ ਮੈਂ ਇੱਕ ਦੋ ਟੱਪੇ ਤੁਹਾਨੂੰ ਉਹਦੇ ਸੁਣਾ ਦਿੰਦਾ ਗੀਤ ਦੇ। ਅਜੇ ਉਹ ਰਿਕਾਰਡ ਨਹੀਂ ਹੋਇਆ, ਅਜੇ ਮੈਂ ਕਲਮ ਤੋਂ ਸਿਰਜਿਆ ਹੀ ਆ, ਉਹ ਗੀਤ ਮੈਂ ਤੁਹਾਨੂੰ ਸੁਣਾ ਦਿੰਦਾ। ਓ ਵਾਰਸੋ ਪੰਜਾਬ ਦਿਓ ਇੰਜ ਨਾ ਕਰੋ, ਕਿਰਤ ਕਰੋ ਤੇ ਹੱਕ ਸੱਚ ਲਈ ਲੜੋ। ਵਾਰਸੋ ਪੰਜਾਬ ਦਿਓ ਇੰਜ ਨਾ ਕਰੋ, ਕਿਰਤ ਕਰੋ ਤੇ ਹੱਕ ਸੱਚ ਲਈ ਲੜੋ। ਭੁੱਖੇ ਨੰਗਿਆਂ ਤਾਈਂ ਦੇਵੋ ਕੱਪੜਾ ਅਨਾਜ, ਸਿਰੋਂ ਨੰਗੀਆਂ ਦੇ ਸਿਰ ਦੀ ਲਿਆਓ ਛਤਰੀ। ਰਫਲਾਂ ਗੰਡਾਸੇ ਬੇਸਬਾਲ ਨਾ ਫੜੋ, ਆਜੋ ਵਿਰਸਾ ਬਚਾਈਏ ਪਾ ਕੇ ਗਲ ਵਕੜੀ। ਰਫਲਾਂ ਗੰਡਾਸੇ ਬੇਸਬਾਲ ਨਾ ਫੜੋ, ਆਜੋ ਵਿਰਸਾ ਬਚਾਈਏ ਪਾ ਕੇ ਗਲ ਵਕੜੀ। ਕਿਆ ਬਾਤ। ਸਰ ਕਈ ਸਿੰਗਰਾਂ ਦਾ ਇਹ ਕਹਿਣਾ ਕਿ ਅਸੀਂ ਯੂਟਿਊਬਰ ਹਾਂ, ਅਸੀਂ ਯੂਟਿਊਬ 'ਤੇ ਗਾਣਾ ਪਾਉਂਦੇ ਹਾਂ, ਜਿਹਨੇ ਦੇਖਣਾ ਦੇਖੋ, ਜਿਹਨੇ ਨਹੀਂ ਦੇਖਣਾ ਨਾ ਦੇਖੋ। ਅਤੇ ਕਿਤੇ ਕਿਤੇ ਸਿੰਗਰਾਂ ਦਾ ਇਹ ਵੀ ਕਹਿਣਾ ਹੈ ਕਿ ਗਾਣੇ ਦੇਖ ਕੇ ਬੱਚੇ ਖਰਾਬ ਨਹੀਂ ਹੁੰਦੇ। ਇਹ ਕਿੰਨੀ ਕੁ ਗੱਲ ਸੱਚ ਹੈ, ਕਿੰਨੀ ਕੁ ਝੂਠ? ਦੇਖੋ, ਜਿਹੜੀ ਸਿੰਗਿੰਗ ਤੁਸੀਂ ਇਕੱਲੀ ਆਪਣੀ ਗਾਇਕੀ ਸੁਣਾ ਕੇ ਅਤੇ ਪੈਸੇ ਕਮਾ ਕੇ, ਧਨ ਕਮਾ ਕੇ ਆਪਣਾ ਗੁਜ਼ਾਰਾ ਕਰਨਾ, ਜ਼ਿੰਦਗੀ ਦਾ ਸਫ਼ਰ ਜਿਹੜਾ ਉਹਨੂੰ ਅੱਗੇ ਲੈ ਕੇ ਜਾਣਾ, ਅਤੇ ਫਿਰ ਇੱਥੋਂ ਤੱਕ ਸੀਮਤ ਆ। ਜੇ ਅਸੀਂ ਗਾਇਕੀ ਦੇ ਨਾਲ ਪੈਸੇ ਵੀ ਕਮਾਓ, ਨੋ ਡਾਊਟ ਵੀ ਪੈਸਿਆਂ ਤੋਂ ਬਿਨਾਂ ਗੱਡੀ ਨਹੀਂ ਚੱਲਦੀ, ਪਰ ਨਾਲ ਦੀ ਨਾਲ ਆਪਣੀ ਗੁਰਬਾਣੀ, ਮਾਂ ਬੋਲੀ, ਆਪਣੇ ਲਿਟਰੇਚਰ ਜਿਹੜਾ ਸਾਡਾ ਉਹਨੂੰ ਬਰਕਰਾਰ ਤਾਂ ਰੱਖੀਏ ਨਾ ਅਸੀਂ, ਉਹ ਸਾਡੀ ਡਿਊਟੀ ਬਣਦੀ ਆ। ਕਿਉਂਕਿ ਜਦੋਂ ਕਿਸੇ ਸ਼ਾਇਰ ਨੇ ਕਿਹਾ, ਜਦੋਂ ਇੱਕ ਨੂੰ ਇੱਕ ਸਮਝਾਵੇਗਾ ਫਿਰ ਨਵਾਂ ਜ਼ਮਾਨਾ ਆਵੇਗਾ। ਅਸੀਂ ਕੋਸ਼ਿਸ਼ ਤਾਂ ਕਰੀਏ ਨਾ, ਮੈਂ ਜੇ 10 ਬੰਦਿਆਂ ਨੂੰ 20-50 ਬੰਦਿਆਂ ਨੂੰ ਸਮਝਾਊਂਗਾ, ਉਹ ਅੱਗੇ 2-2 4-4 ਨੂੰ ਸਮਝਾਉਣਗੇ, ਸ਼ਾਇਦ ਕਿਤੇ ਇਹ ਮਾਂ ਬੋਲੀ ਦੇ ਪੌਦੇ ਨੂੰ ਜਿਹੜਾ ਪਾਣੀ ਪੈ ਸਕੇ। ਜੀ ਸਰ, ਹੁਣ ਤੁਹਾਡੇ ਪਰਿਵਾਰ ਦੀ ਗੱਲ ਕਰਦੇ ਹਾਂ, ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਮੇਰੀ ਇੱਕ ਧਰਮ ਪਤਨੀ, ਜਿਹਦੇ ਨਾਲ ਮੈਂ ਕਦੀ ਲੜਿਆ ਨਹੀਂ ਵਿਆਹ ਤੋਂ ਬਾਅਦ, ਅਤੇ 2 ਮੇਰੇ ਬੇਟੇ ਆ, 2 ਬੇਟੇ ਆ। ਇੱਕ ਬੇਟਾ ਮੇਰਾ ਸਰੀ ਕੈਨੇਡਾ 'ਚ ਆ, ਅਤੇ ਇੱਕ ਬੇਟਾ ਸਟੱਡੀ ਕਰਦਾ ਅਜੇ 12ਵੀਂ ਕਲਾਸ 'ਚ, ਅਤੇ ਮਾਤਾ ਜੀ ਆ ਮੇਰੇ। ਘਰ ਦੇ ਵਿੱਚ ਪਰਿਵਾਰ, ਦੂਜੇ ਭਰਾਵਾਂ ਦਾ ਪਰਿਵਾਰ ਵੀ ਆ, ਭਰਾ ਇਸ ਦੁਨੀਆ 'ਤੇ ਨਹੀਂ, ਅਤੇ ਸਾਰੇ ਪਰਿਵਾਰ ਨੂੰ ਸਮੂਥਲੀ ਲੈ ਕੇ ਮੈਂ ਬੜੇ ਗੌਰਵ ਨਾਲ ਆਪਣਾ ਸਮਾਂ ਬਤੀਤ ਕਰ ਰਿਹਾ। ਅਤੇ ਤੁਸੀਂ ਗੱਲ ਕੀਤੀ ਕਿ ਤੁਹਾਡੇ ਇੱਕ ਬੇਟਾ ਇੱਥੇ ਸਟੱਡੀ ਕਰਦੇ ਨੇ ਅਤੇ ਇੱਕ ਕੈਨੇਡਾ ਨੇ। ਕੈਨੇਡਾ ਦੇ ਵਿੱਚ ਉਹ ਕਿਹੜਾ ਕੰਮ ਕਰ ਰਹੇ? ਕੈਨੇਡਾ 'ਚ ਦੇਖੋ ਹੈ ਐਜ ਏ ਤੇ ਅਕਾਊਂਟ ਦੀ ਪੜ੍ਹਾਈ ਕਰਕੇ ਗਿਆ ਸੀ, ਪਰ ਉਹ ਕ੍ਰਿਕਟ ਦੀ ਗੇਮ ਕਰਦਾ, ਸਰੀ ਵਾਰੀਅਰਸ ਦੀ ਟੀਮ 'ਚ ਹੈਗਾ ਕੈਨੇਡਾ, ਵੈਨਕੂਵਰ। ਅਤੇ ਅਜੇ ਛੋਟੀ ਉਮਰ ਆ, 22 ਸਾਲ ਦਾ, ਅਜੇ ਕਾਫੀ ਉਪਲਬਧੀ ਉਹ ਹਾਸਲ ਕਰ ਲੂਗਾ, ਮੈਨੂੰ ਉੱਤੇ ਬੜਾ ਗੌਰਵ ਹੈਗਾ ਵੀ ਉਹ ਕਰ। ਉਹ ਨਹੀਂ ਕਿਤੇ ਭੰਗੜੇ ਵੱਲ ਉਹਨਾਂ ਨੇ ਮੋੜ ਕੱਟਿਆ? ਨਹੀਂ, ਉਹ ਸਕੂਲ 'ਚ ਭੰਗੜਾ ਪਾਉਂਦਾ ਸੀਗਾ, ਛੋਟਾ ਬੇਟਾ ਮਿਊਜ਼ਿਕ ਕਰਦਾ। ਹਾਂਜੀ, ਉਹ ਦੋਨੋਂ ਐਕਟੀਵਿਟੀ ਸ਼ੁਰੂ ਤੋਂ ਹੀ ਕਰ ਲਈ ਸੀ ਉਹਨਾਂ ਨੇ। ਫਾਦਰ ਕਰਦਾ ਸੀ, ਘਰੇ ਮਾਹੌਲ ਸੀਗਾ ਅਤੇ ਉਹ ਕਰਦੇ। ਸਰ, ਜਿੱਦਾਂ ਤੁਸੀਂ ਯੂਟਿਊਬ ਦੀ ਵੀ ਗੱਲ ਕੀਤੀ, ਯੂਟਿਊਬ ਤੋਂ ਵੀ ਭੰਗੜਾ ਸਿੱਖ ਕੇ ਲੋਕ ਅੱਗੇ ਆ ਰਹੇ ਨੇ। ਕਿਤੇ ਨਾ ਕਿਤੇ ਜਿਹੜਾ ਅਸਲ ਟੈਲੈਂਟ ਆ ਉਹ ਪਿੱਛੇ ਰਹਿ ਰਿਹਾ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜਾ ਤੇ ਢੋਲ ਦੀਆਂ ਤਾਲਾਂ ਦੇ ਪ੍ਰਤੀਕ ਆ ਡਾਂਸ, ਉਹ ਤਾਂ ਫਿਰ ਯੂਟਿਊਬ ਦੇ ਨਾਲ ਗੱਲ ਨਹੀਂ ਬਣਦੀ। ਉਹ ਤਾਂ ਦੇਖ ਲਿਆ ਅਤੇ ਅਪਣਾ ਲਿਆ। ਅਤੇ ਜਿੱਦਾਂ ਉਹ ਪੈਕਟ ਵਾਲਾ ਦੁੱਧ ਅਤੇ ਘਰ ਦੀ ਮੱਝ ਦਾ ਦੁੱਧ ਆ, ਉਹ 'ਚ ਫਰਕ ਆ, ਉਹ ਤਾਂ ਫਿਰ ਇਹਦੇ ਵਿੱਚ ਰਹਿ ਹੀ ਜਾਣਾ। ਜਦੋਂ ਤਾਲਾਂ ਦੇ ਪ੍ਰਤੀਕ ਸਿੱਖਣਾ ਅਸੀਂ ਡਾਂਸ, ਮਿਹਨਤ ਕਰਕੇ ਸਿੱਖਣਾ, ਉਸਤਾਦ ਲੋਕਾਂ ਦੀ
ਨਿਰਦੇਸ਼ਨਾਂ ਦੇ ਵਿੱਚ ਸਿੱਖਣਾ ਤੇ ਉਹਦੇ 'ਚ ਤਕਨੀਕੀ ਨੁਕਸ ਨਹੀਂ ਹੋਣਗੇ, ਉਹ ਸੋਲਿਡ ਹੋਊਗਾ। ਜਿਹੜਾ ਅਸੀਂ ਚੱਕ ਕੇ YouTube ਤੋਂ ਪੇਸ਼ ਕਰਤਾ, ਦੇਖ ਕੇ ਉਹੋ ਜਿਹਾ ਇੱਕ ਕੋਰੀਓਗ੍ਰਾਫੀ ਬਣਾ ਕੇ ਜਿਮਨਾਸਟਿਕ ਪੇਸ਼ ਕਰਤੀ, ਉਹ ਰਵਾਇਤੀ ਚਾਲਾਂ ਨਹੀਂ ਹੈ। ਮੈਂ ਯਕੀਨ ਨਹੀਂ ਰੱਖਦਾ ਉਹਨਾਂ 'ਚ। ਜੀ ਸਰ, ਤੁਸੀਂ ਕਿੰਨੀਆਂ ਹੀ ਜੱਜਮੈਂਟਾਂ 'ਤੇ ਜਾਂਦੇ ਹੋ ਤੇ ਜਾਂਦੇ ਵੀ ਰਹੇ ਹੋ ਸਰ। ਕੀ ਆ ਕਿ ਕਈ ਵਾਰ ਦੇਖਣ ਨੂੰ ਮਿਲਦਾ ਕਿ ਕੋਈ ਵੀ ਜੱਜਮੈਂਟ ਹੋਵੇ ਉੱਥੇ ਸਿਫਾਰਿਸ਼ ਬਹੁਤ ਆਉਂਦੀ ਹੈ। ਕੀ ਤੁਸੀਂ ਜੱਜਮੈਂਟ 'ਤੇ ਬੈਠੇ ਹੋਵੇ ਤਾਂ ਤੁਹਾਨੂੰ ਕੋਈ ਸਿਫਾਰਿਸ਼ ਆਈ ਹੋਵੇ? ਹਾਂ, ਕਹਿ ਦਿੰਦੇ ਆ ਲੋਕ, ਸਾਡਾ ਖਿਆਲ ਰੱਖਿਓ ਜੀ, ਸਾਡਾ ਧਿਆਨ ਰੱਖਿਓ ਜੀ, ਪਰ ਆਪਾਂ ਕਿਹਾ ਵੀ ਖਿਆਲ ਤਾਂ ਅਸੀਂ ਸਾਰੀ ਕਾਇਨਾਤ ਦਾ ਰੱਖਣਾ ਸਾਡਾ ਫਰਜ਼ ਬਣਦਾ, ਪਰ ਉਸ ਸੀਟ ਤੇ ਬਹਿ ਕੇ ਮੇਰਾ ਖਿਆਲ ਕੋਈ ਜ਼ਾਲਮ ਹੋਊਗਾ ਜਿਹੜਾ ਕਿਸੇ ਬੱਚੇ ਨਾਲ ਅਨਿਆਏ ਕਰੂਗਾ। ਬਹੁਤ ਵੱਡੀ ਗੱਲ ਕਹੀ ਹੈ ਜੀ ਤੁਸੀਂ। ਹਾਂ, ਇਹ ਕੰਮ ਮੈਂ ਨਹੀਂ ਕਰਦਾ, ਨਾ ਕਰੂੰਗਾ ਜੀ। ਔਰ ਨਾ ਮੈਂ ਕਦੀ ਕੱਚੀ ਪੈਨਸਲ ਨਾਲ ਜੱਜਮੈਂਟ ਕਰਨ 'ਚ ਯਕੀਨ ਰੱਖਦਾ। ਮੈਂ ਪੈਨ ਨਾਲ ਹੀ ਜੱਜਮੈਂਟ ਕਰਦਾ, ਜੋ ਲਿਖਤਾ ਉਹ ਦੁਬਾਰਾ ਮਿਟੇਣਾ ਨਹੀਂ। ਔਰ ਗਲਤੀ ਬਰੀਕ ਤੋਂ ਬਰੀਕ ਫੜ ਕੇ ਬੱਚਿਆਂ ਨੂੰ ਦੱਸਣਾ ਵੀ ਤੁਸੀਂ ਇਸ ਕਾਰਨ ਪਿੱਛੇ ਰਹਿ ਗਏ, ਤੁਸੀਂ ਇਸ ਕਰਕੇ ਅੱਗੇ ਜਾਓ। ਜੀ ਸਰ, ਇੱਥੇ ਇੱਕ ਮੇਰਾ ਪਰਸਨਲ ਸਵਾਲ ਹੈ ਕਿ ਜਿਹੜੇ ਬੱਚੇ ਭੰਗੜਾ ਸਿੱਖਣਾ ਚਾਹੁੰਦੇ ਨੇ ਉਹਨਾਂ ਬਾਰੇ ਕੋਈ ਸਲਾਹ ਦੇਣੀ ਚਾਹੋਗੇ? ਕਿਉਂਕਿ ਭੰਗੜਾ ਸਿੱਖਣ ਲਈ ਇੱਕ ਲਚਕ ਬਹੁਤ ਜ਼ਰੂਰੀ ਹੈ ਤੇ ਉਹ ਸਰੀਰ ਵਿੱਚ ਕਿੱਦਾਂ ਆਉਂਦੀ ਹੈ? ਦੇਖੋ, ਐਕਸਟਰਾ ਖਾਣਾ ਤਾਂ ਜ਼ਰੂਰੀ ਆ ਨਾ, ਚਾਹੇ ਉਹ ਫਰੂਟ ਆ, ਚਾਹੇ ਕੁਛ ਵੀ ਘਰੇਲੂ ਆਪਣੇ ਪਦਾਰਥ ਹੈਗੇ ਰੋਜ਼ ਦੇ, ਐਕਸਟਰਾ ਖਾਓ, ਜ਼ਿਆਦਾ ਖਾਓ ਅਤੇ ਜ਼ਿਆਦਾ ਮਿਹਨਤ ਕਰੋ। ਸਿੱਖਿਆ ਪ੍ਰਣਾਲੀ ਜਿਹੜੀ ਆ ਉਸਤਾਦ ਲੋਕਾਂ ਕੋਲੋਂ, ਉਹਨਾਂ ਦੀ ਇੱਜ਼ਤ ਕਰਕੇ, ਰਿਸਪੈਕਟ ਕਰਕੇ, ਜਿਵੇਂ ਮਾਪਿਆਂ ਦੀ ਇੱਜ਼ਤ ਕਰਦੇ ਹਾਂ, ਇਵੇਂ ਮਾਪਿਆਂ ਦੇ ਬਰਾਬਰ ਉਸਤਾਦ ਲੋਕਾਂ ਦਾ ਦਰਜਾ ਹੈਗਾ। ਅਤੇ ਜ਼ਰੂਰ ਡਰੋ, ਗੁਰਬਾਣੀ ਦੇ ਬੋਲਾਂ ਤੋਂ ਡਰੋ, ਮਾਂ ਬੋਲੀ ਦੇ ਸ਼ਬਦ ਜਿਹੜੇ ਉਹਨਾਂ ਨੂੰ ਪਿਆਰ ਕਰੋ, ਤਾਂ ਹੀ ਇੱਕ ਵਧੀਆ ਸਥਾਪਨਾ ਹੋ ਸਕਦੀ ਆ। ਇੱਕ ਆਰਟਿਸਟ ਜਿਹੜਾ ਉਹ ਜ਼ਰੂਰੀ ਨਹੀਂ, ਨਾਲ ਇੱਕ ਇਨਸਾਨ, ਇੱਕ ਸ਼ਖਸੀਅਤ ਬਣਨਾ ਵੀ ਸਾਨੂੰ ਜ਼ਰੂਰੀ ਹੈ। ਵਾਹ ਸਰ, ਇੱਕ ਡਰਨ ਦੀ ਗੱਲ ਕੀਤੀ, ਡਰਨ ਤੋਂ ਇੱਕ ਮੈਨੂੰ ਸਵਾਲ ਯਾਦ ਆਇਆ, ਇੱਕ ਆਖਰੀ ਸਵਾਲ, ਕਿਉਂਕਿ ਸਮਾਂ ਸਾਡੇ ਕੋਲ ਬਹੁਤ ਥੋੜ੍ਹਾ ਹੈ। ਪਹਿਲੇ ਸਮੇਂ ਦੇ ਵਿੱਚ ਗੁਰੂ ਚੇਲੇ ਦਾ ਰਿਸ਼ਤਾ ਬਹੁਤ ਵਧੀਆ ਸੀ। ਗੁਰੂ ਚੇਲੇ ਦਾ ਜਿਹੜਾ ਰਿਸ਼ਤਾ ਸੀ, ਚੇਲਾ ਆਪਣੇ ਗੁਰੂ ਤੋਂ ਕਿਤੇ ਨਾ ਕਿਤੇ ਡਰਦਾ ਹੁੰਦਾ ਸੀ, ਉਹਦੀ ਇੱਜ਼ਤ ਕਰਦਾ ਸੀ, ਪਰ ਜਿਹੜਾ ਇਹ ਰਿਸ਼ਤਾ ਅੱਜ ਕੱਲ੍ਹ ਉਹ ਨਹੀਂ ਰਿਹਾ। ਹਾਂ, ਇਹ ਦੇਖੋ ਫਿਰ ਕਮੀ ਤਾਂ ਉੱਪਰੋਂ ਸ਼ੁਰੂ ਹੁੰਦੀ ਹੈ ਹਮੇਸ਼ਾ ਹੀ। ਕਮੀ ਗੁਰੂ ਲੋਕਾਂ 'ਚ ਕਿਸੇ ਕਿਸੇ ਜਗ੍ਹਾ ਪਾਈ ਗਈ ਕਿ ਅਸੀਂ ਇਸ ਪਵਿੱਤਰਤਾ ਨੂੰ ਜਾਂ ਤਾਂ ਖਾ ਗਏ ਜਾਂ ਅਸੀਂ ਪਵਿੱਤਰਤਾ ਨੂੰ ਰਗੜਤਾ ਜ਼ਮੀਨ 'ਤੇ, ਤਾਂ ਇਹ ਨੌਬਤ ਆਈ ਆ। ਅਸਲ 'ਚ ਇਸ ਤੋਂ ਪਵਿੱਤਰ ਕੋਈ ਰਿਸ਼ਤਾ ਨਹੀਂ ਹੋ ਸਕਦਾ। ਜੇ ਗੁਰੂ ਜਿਹੜਾ ਉਹ ਇੱਕ ਗੁਰੂ ਹੀ ਆ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਨਾਲ ਜੁੜਨ ਲਈ ਕਿਹਾ, ਅਤੇ ਤਾਂ ਹੀ ਅੱਜ ਕਿੰਨਾ ਇਹ ਮਹਾਂਕਲਾ ਦੇ ਰੂਪ 'ਚ ਕਿੰਨੇ ਦਾਨ ਹੋ ਰਹੇ ਦੁਨੀਆ 'ਤੇ, ਕਿੰਨੇ ਜੱਗ ਲੱਗ ਰਹੇ ਆ, ਕਿੰਨੇ ਗਰੀਬ ਬੱਚਿਆਂ ਦੇ ਵਿਆਹ ਹੋ ਰਹੇ ਆ, 20 ਰੁਪਈਆਂ ਦਾ ਲੰਗਰ ਅੱਜ ਤੱਕ ਚੱਲੀ ਜਾਂਦਾ। ਇਹ ਸਾਰਾ ਕੁਛ ਗੁਰੂਆਂ ਤੋਂ ਹੀ ਪ੍ਰੇਰਨਾ ਮਿਲੀ ਆ, ਪਰ ਉਹਦੀ ਪਵਿੱਤਰਤਾ ਨੂੰ ਕੁਛ ਇੱਕ ਅਖੌਟੀ ਗੁਰੂ ਜਿਹੜੇ ਆ ਉਹਨਾਂ ਨੇ ਖਰਾਬ ਕੀਤਾ, ਜਿਹਨੂੰ ਸੰਭਾਲਣਾ ਅਜੇ ਵੀ ਝੰਜੋੜੇ ਹੋਏ ਨੂੰ ਅਸੀਂ ਸੰਭਲ ਸਕਦੇ ਹਾਂ। ਪਰ ਜੇ ਸਾਰੇ ਲੋਕੀ ਅਸੀਂ ਇਸ ਪਾਸੇ ਨੂੰ ਕੁਝ ਵੀ ਧਿਆਨ ਦੇ ਦਈਏ ਨਾ ਕਿ ਅਸੀਂ ਆਪਣੀ ਵਿਰਾਸਤ ਨੂੰ ਬਚਾਉਣਾ ਆ, ਅਸੀਂ ਗੁਰਬਾਣੀ ਦੀ ਪਵਿੱਤਰਤਾ ਨੂੰ ਬਚਾਉਣਾ, ਅਸੀਂ ਮਾਂ ਬੋਲੀ ਦੇ ਸ਼ਬਦਾਂ ਨੂੰ ਸਾਂਭ ਕੇ ਰੱਖਣਾ, ਜੇ ਸਾਰੇ ਤਹਈਆ ਕਰੀਏ ਤੇ ਬੇਯਕੀਨੀ ਨਹੀਂ ਹੈ, ਅਸੀਂ ਸੰਭਵ ਹੈ ਸਾਰਾ ਕੁਝ ਕਰ ਸਕਦੇ। ਜੀ ਸਰ, ਸਮਾਂ ਸਾਡੇ ਕੋਲ ਬਹੁਤ ਥੋੜ੍ਹਾ ਹੈ, ਪਰ ਜਾਂਦੇ ਜਾਂਦੇ ਸਾਡੇ ਮੈਨੂੰ ਲੱਗਦਾ ਕਿ ਬਹੁਤ ਦੁਖੀ ਮਨ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਜਿਹੜਾ ਸੱਭਿਆਚਾਰ ਨੂੰ ਬਚਾਉਣਾ ਪੈ ਰਿਹਾ, ਸੱਭਿਆਚਾਰ ਨੂੰ ਬਚਾਉਣਾ ਹੀ ਕਿਉਂ ਪੈ ਰਿਹਾ, ਇੱਦਾਂ ਦੀ ਨੌਬਤ ਕਿਉਂ ਆਈ? ਨੌਬਤ ਕਮਰਸ਼ੀਅਲ ਯੁੱਗ। ਜੀ। ਅਸੀਂ ਇਹ ਹੀ ਨਹੀਂ ਇਕੱਲਾ ਦੇਖਦੇ। ਹੁਣ ਮੰਨ ਲਓ ਮੈਂ ਕਿਤੋਂ ਮੈਨੂੰ 10,000 ਰੁਪਈਆ ਮਿਲਣਾ, ਮੈਂ 10,000 ਰੁਪਈਏ ਦੀ ਖੁਸ਼ੀ ਮਨਾਵਾਂ ਵੀ ਚਲੋ ਮੈਨੂੰ ਮਿਲਣਾ, ਮੈਂ ਕੋਈ ਕਿਰਤ ਕੀਤੀ ਆ ਜਾਂ ਕੋਈ ਪੇਸ਼ਕਾਰੀ ਕੀਤੀ ਆ। ਮੈਂ ਨਾਲ ਇਹ ਨਾ ਸੋਚਾਂ ਵੀ ਇਸ ਤੋਂ ਇਲਾਵਾ 50,000 ਮੈਂ ਦੂਸਰੇ ਕਿਸੇ ਬੰਦੇ ਦੇ ਜੀਵਨ ਨੂੰ ਦਾਅ 'ਤੇ ਲਾ ਕੇ 50,000 ਹੋਰ ਕਮਾਵਾਂ। ਇਹ ਕੰਮ ਨਹੀਂ ਸਾਨੂੰ ਕਰਨਾ ਚਾਹੀਦਾ। ਆਪਣੀ ਮਿਹਨਤ ਕਰੋ, ਤੁਸੀਂ ਕਮਾਓ, ਲੇਕਿਨ ਦੂਜੇ ਲੋਕਾਂ ਦੇ ਬੱਚਿਆਂ ਦੀ ਲਾਈਫ ਅਤੇ ਕੁਛ ਸਾਡੀ ਮਾਂ ਬੋਲੀ ਆ, ਕੁਛ ਸੱਭਿਆਚਾਰ ਜਿਹੜਾ ਅਮੀਰ ਵਿਰਸਾ ਸਾਡਾ, ਉਹਨੂੰ ਬਰਬਾਦ ਕਰਨ 'ਤੇ ਨਾ ਤੁਲੀਏ। ਅਸੀਂ ਜਿਹੜੀ ਵਿਜੈਕਸ਼ਨ ਵਾਲੀ ਚੀਜ਼ ਆ ਉਹ 'ਤੇ ਵਿਜੈਕਸ਼ਨ ਕਰੀਏ ਔਰ ਉਹਨੂੰ ਸਰਵਜਨਕ ਕਰੀਏ, ਸਮਾਜ ਦੇ ਵਿੱਚ ਲੋਕਾਂ ਨੂੰ ਰੋਸ਼ਨੀ ਦਿਖਾਈਏ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ, ਸਾਡੇ ਬੱਚਿਆਂ 'ਤੇ ਗਲਤ ਅਸਰ ਪੈਂਦਾ। ਧੀਆਂ ਭੈਣਾਂ ਮਾਵਾਂ 'ਚ ਪਰਿਵਾਰਾਂ 'ਚ ਬਹਿ ਕੇ ਸੁਣਨ ਵਾਲੀਆਂ ਗੱਲਾਂ ਅਤੇ ਦੇਖਣ ਵਾਲੇ ਨਾਚ ਜਿਹੜੇ ਆ, ਉਹ ਪਹਿਰਾਵੇ ਦੇ ਉੱਤੇ ਅਸੀਂ ਵਿਸ਼ੇਸ਼ ਧਿਆਨ ਦਈਏ। ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਕੈਂਪ ਲੱਗਣ, ਇਹਨਾਂ ਦੀ ਵਰਕਸ਼ਾਪ ਲੱਗਣ, ਇਹ ਲੋਕਾਂ ਨੂੰ ਦੱਸਿਆ ਜਾਵੇ। ਸਾਡੇ ਬੁਨਿਆਦੀ ਸਿਸਟਮ ਜਿਹੜਾ ਸਾਰਾ ਉਹ ਲਾਗੂ ਹੋਵੇ ਕਿ ਪਵਿੱਤਰਤਾ ਜਿਹੜੀ ਆ ਉਹਨੂੰ ਅਧਰੰਗ ਨਾ ਹੋਵੇ। ਜੀ ਸਰ, ਅੱਜ ਕੱਲ੍ਹ ਕੀ ਦੇਖਦੇ ਕਿ ਸਕੂਲ ਕਾਲਜਾਂ ਵਿੱਚ ਹਿੰਦੀ ਲਾਜ਼ਮੀ ਕਰ ਦਿੱਤੀ ਗਈ ਆ, ਪੰਜਾਬੀ ਬੋਲਣ 'ਤੇ ਵੀ ਫਾਈਨ ਹੋ ਰਿਹਾ ਆ, ਇਹ ਕਿੰਨਾ ਕੁ ਜਾਇਜ਼ ਹੈ? ਦੇਖੋ, ਜੋ ਗ੍ਰੰਥਾਂ 'ਚ ਲਿਖਿਆ ਉਹ ਸਕੂਲਾਂ 'ਚ ਲਾਗੂ ਹੋਣਾ ਚਾਹੀਦਾ, ਚਾਹੇ ਉਹ ਹਿੰਦੀ ਆ, ਚਾਹੇ ਪੰਜਾਬੀ ਆ, ਚਾਹੇ ਉਹ ਐਨੀ ਕੋਈ ਵੀ ਭਾਸ਼ਾ ਆ। ਗ੍ਰੰਥਾਂ 'ਚ ਲਿਖੀ ਜਾਣ ਵਾਲੀ ਜਿਹੜੀ ਆ ਨਾ, ਉਹ ਹਰ ਭਾਸ਼ਾ ਜਿਹੜੀ ਲਾਗੂ ਹੋਣੀ ਚਾਹੀਦੀ, ਉਹਦਾ ਸਤਿਕਾਰ ਵੀ ਹਰ ਇੱਕ ਭਾਸ਼ਾ ਦਾ ਹੋਣਾ ਚਾਹੀਦਾ। ਕਿਸੇ ਚੀਜ਼ ਨੂੰ ਵੀ ਬਾਊਂਡ ਕਰਕੇ ਛੋਟਾ ਨਹੀਂ ਕੀਤਾ ਜਾਣਾ ਚਾਹੀਦਾ, ਹਰ ਚੀਜ਼ ਦਾ ਫੈਲਾਅ ਹੋਣਾ ਚਾਹੀਦਾ, ਵਧਾਉਣਾ ਚਾਹੀਦਾ। ਜੀ ਸਰ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਆਪਣਾ ਕੀਮਤੀ ਸਮਾਂ ਦਿੱਤਾ। ਤੁਹਾਡੇ ਨਾਲ ਮੁਲਾਕਾਤ ਕਰਕੇ, ਗੱਲਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਾ। ਮੈਨੂੰ ਲੱਗਦਾ ਕਿ ਦਰਸ਼ਕ ਦੇਖ ਕੇ ਬਹੁਤ ਖੁਸ਼ ਹੋਣਗੇ। ਅਤੇ ਜਾਂਦੇ ਜਾਂਦੇ ਕੋਈ ਸਾਡੀ ਆਡੀਅנס ਨੂੰ ਮੈਸੇਜ ਦੇਣਾ ਚਾਹੋ? ਮੰਡ ਸਾਹਿਬ, ਇਹ ਆਡੀਅנס ਨੂੰ ਚਲੋ ਮੈਸੇਜ ਅਸੀਂ
ਇੰਨੇ ਵੱਡੇ ਨਹੀਂ ਕਿ ਮੈਸੇਜ ਦੇ ਸਕੀਏ, ਪਰ ਉਹੀ ਗੱਲ ਦੁਬਾਰਾ ਮੈਂ ਤੁਹਾਨੂੰ ਸ਼ਾਇਰ ਦੀ ਫਿਰ ਸੁਣਾਉਣਾ ਕਿ ਜਦੋਂ ਇੱਕ ਨੂੰ ਇੱਕ ਸਮਝਾਵੇਗਾ ਫਿਰ ਨਵਾਂ ਜ਼ਮਾਨਾ ਆਵੇਗਾ। ਆਪਾਂ ਕੁਛ ਤੇ ਕੋਸ਼ਿਸ਼ ਕਰੀਏ ਕਿ ਅੱਜ ਅਸੀਂ ਉੱਠੇ ਹਾਂ, ਅਸੀਂ ਉਤਪਤੀ ਹੋਈ ਆ ਸਾਡੇ ਜੀਵਨ ਦੀ 12 ਘੰਟਿਆਂ ਵਾਸਤੇ ਅਸੀਂ ਜਾਗਣਾ, ਅਤੇ ਅੱਜ ਅਸੀਂ ਸਾਹਿਤ ਵਾਸਤੇ, ਭੰਗੜੇ ਵਾਸਤੇ, ਗਾਇਕੀ ਵਾਸਤੇ, ਜਾਂ ਅਸੀਂ ਪੰਜਾਬੀ ਵਿਰਾਸਤ ਵਾਸਤੇ ਸ਼ਾਮ ਤੱਕ ਕਿੰਨੇ ਸਾਲ ਇਹ ਕੀ ਕੀਤਾ, ਇਹ ਹਰ ਰੋਜ਼ ਵਿਚਾਰ ਕੇ ਆਪਣੇ ਜੀਵਨ ਦਾ ਇੱਕ ਦਿਨ ਜਿਹੜਾ ਉਹ ਬਿਤਾਉਣਾ ਚਾਹੀਦਾ। ਅਤੇ ਬਾਕੀ ਚਲੋ ਹੌਲੀ ਹੌਲੀ ਸਾਰੇ ਕੋਸ਼ਿਸ਼ ਕਰਾਂਗੇ ਅਤੇ ਇੱਕ ਇੱਕ ਤੰਦ ਪਾ ਕੇ ਆਪਾਂ ਕਿਸੇ ਦਿਨ ਉਹ ਦਰੀ ਜਿਹੜੀ ਉਹ ਬੁਣ ਲਾਂਗੇ। ਵਾਹ ਸਰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਬਹੁਤ ਧੰਨਵਾਦ ਭਾਅ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਦੇਖਦੇ ਰਹੋ ਸਾਡਾ ਪ੍ਰੋਗਰਾਮ ਮੇਰੀ ਕਹਾਣੀ ਮੇਰੀ ਜ਼ੁਬਾਨੀ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ। ਧੰਨਵਾਦ।